ਸਤਿ ਸ਼੍ਰੀ ਅਕਾਲ। ਫਟਾਫਟ 100 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ। ਦੇਸ਼ ਦੁਨੀਆ ਦੇ ਵਿੱਚ ਅੱਜ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸਭ ਤੋਂ ਪਹਿਲਾਂ ਨਜ਼ਰ ਪਾ ਲੈਂਦੇ ਹਾਂ ਸੂਬਾਈ ਖਬਰਾਂ ਤੇ। ਪੰਜਾਬੀ ਗਾਇਕ ਜਸਬੀਰ ਜੱਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਜਸਬੀਰ ਜੱਸੀ ਦੇ ਵੱਲੋਂ ਐਨਸੀਬੀ ਨੂੰ ਇੱਕ ਅਪੀਲ ਕੀਤੀ ਗਈ ਹੈ। ਗੀਤਾਂ ਵਿੱਚ ਨਸ਼ਿਆਂ ਦੀ ਮਹਿਮਾ ਕਰਨ ਵਾਲਿਆਂ ਖਿਲਾਫ ਵੀ ਹੋਵੇ ਜਾਂਚ। ਪੀੜ੍ਹੀਆਂ ਨੂੰ ਬਰਬਾਦ ਕਰਨ ਦੇ ਵਿੱਚ ਅਜਿਹੇ ਗਾਇਕਾਂ ਦਾ ਵੱਡਾ ਹੱਥ। ਦਾਜ਼ੀ ਲੇਖਕ ਸੰਜੀਵ ਆਨੰਦ ਦੇ ਵੱਲੋਂ ਜਸਬੀਰ ਜੱਸੀ ਦੀ ਹਮਾਇਤ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਗਾਇਕਾਂ, ਨਿਰਮਾਤਾ ਕੰਪਨੀਆਂ ਤੇ ਲੇਖਕਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅਜਨਾਲਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿਸੇ ਵਿਅਕਤੀ ਨੇ ਥਾਣਾ ਅਜਨਾਲਾ ਦੇ ਮੁਖੀ ਦੀ ਫੇਸਬੁੱਕ ਆਈਡੀ ਹੈਕ ਕਰ ਲਈ। ਬਾਅਦ ਵਿੱਚ ਉਹਨਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਜ਼ਰੂਰੀ ਕੰਮ ਦੇ ਲਈ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਥਾਣਾ ਅਜਨਾਲਾ ਦੇ ਮੁਖੀ ਮੁਤਾਬਿਕ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਦੀ ਫੇਸਬੁੱਕ ਆਈਡੀ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਹਨਾਂ ਆਪਣੀ ਫੇਸਬੁੱਕ ਆਈਡੀ ਬੰਦ ਕਰ ਦਿੱਤੀ। ਅਮੀਰਜ਼ਾਦਿਆਂ ਦੀ ਕਾਰ ਦੇ ਨਾਲ ਨੌਜਵਾਨਾਂ ਦੀ ਕਾਰ ਟਕਰਾਈ। ਦੋਵੇਂ ਧਿਰਾਂ ਦੇ ਵਿੱਚ ਹੋਈ ਜਾਨਲੇਵਾ ਲੜਾਈ। ਸਾਰਾ ਮਾਮਲਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ। ਪੀੜਤਾਂ ਦੇ ਕਾਰ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਦੱਸੀਏ ਕਿ ਜਲੰਧਰ ਦੇ ਸੈਂਟਰਲ ਟਾਊਨ ਦੀ ਇਹ ਘਟਨਾ ਦੱਸੀ ਜਾ ਰਹੀ ਹੈ। 45 ਸਾਲਾ ਕਿਸਾਨ ਗੁਰਮੀਤ ਸਿੰਘ ਨੇ ਲਿਆ ਫਾਹਾ। ਬੱਲੂਆਣਾ ਦੇ ਪਿੰਡ ਬਹਾਵਲ ਦੀ ਹੈ ਘਟਨਾ। ਫਸਲ ਬਰਬਾਦ ਹੋਣ ਦੇ ਕਰਕੇ ਕਿਸਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਅਤੇ ਬਰਸਾਤੀ ਪਾਣੀ ਦੇ ਕਰਕੇ ਉਸ ਦੀ ਫਸਲ ਖਰਾਬ ਹੋ ਗਈ ਸੀ। ਮ੍ਰਿਤਕ ਨੇ 10 ਏਕੜ ਜ਼ਮੀਨ ਠੇਕੇ ਤੇ ਲਈ ਹੋਈ ਸੀ। ਮਾਮਲਾ ਚੰਡੀਗੜ੍ਹ ਦੇ ਧਨਾਸ ਇਲਾਕੇ ਦੇ ਕਾਲੀ ਮਾਤਾ ਮੰਦਿਰ ਦਾ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਤ੍ਰਿਸ਼ੂਲ ਦੇ ਨਾਲ ਖੁਦਕੁਸ਼ੀ ਕਰ ਲਈ ਗਈ। ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ। ਇਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿਸ ਤਰ੍ਹਾਂ ਨਾਲ ਰਾਤ ਵੇਲੇ ਇੱਕ ਸ਼ਰਧਾਲੂ ਤੇ ਮੱਥਾ ਟੇਕੇ ਜਾਣ ਤੋਂ ਬਾਅਦ ਖੁਦਕੁਸ਼ੀ ਕਰਨ ਵਾਲਾ ਇੱਕ ਸ਼ਖਸ ਉੱਥੇ ਹਾਜ਼ਰ ਹੁੰਦਾ ਹੈ ਅਤੇ ਤ੍ਰਿਸ਼ੂਲ ਕੋਲ ਜਾ ਕੇ ਖੜਾ ਹੋ ਜਾਂਦਾ ਹੈ। ਇਸ ਦੌਰਾਨ ਹੀ ਉਹ ਤ੍ਰਿਸ਼ੂਲ ਨੂੰ ਖਿੱਚਣ ਦੀ ਕੋਸ਼ਿਸ਼ ਦੇ ਵਿੱਚ ਅਸਫਲ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹ ਤ੍ਰਿਸ਼ੂਲ ਉੱਤੇ ਆਪਣਾ ਸਿਰ ਟਿਕਾ ਕੇ ਮੱਥਾ ਟੇਕਦਾ ਹੈ ਤੇ ਬਾਅਦ ਦੇ ਵਿੱਚ ਇਸੇ ਤ੍ਰਿਸ਼ੂਲ ਦੇ ਨਾਲ ਖੁਦਕੁਸ਼ੀ ਕਰ ਲੈਂਦਾ ਹੈ। ਵੀਡੀਓ ਦੇ ਮੁਤਾਬਕ ਕੁਝ ਹੀ ਪਲ ਦੇ ਵਿੱਚ ਉਸ ਦਾ ਸਰੀਰ ਸਥਿਰ ਪੈ ਜਾਂਦਾ ਹੈ ਤੇ ਇਸ ਬਾਰੇ ਮੰਦਿਰ ਦੇ ਪੁਜਾਰੀ ਦੇ ਕੋਲੋਂ ਪਤਾ ਲੱਗਿਆ ਹੈ ਕਿ ਇਹ ਮਾਮਲਾ ਅੰਧ ਵਿਸ਼ਵਾਸ ਦਾ ਲੱਗ ਰਿਹਾ ਹੈ। ਹਾਲੇ ਤੱਕ ਮਰਨ ਵਾਲੇ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਬਾਕੀ ਜਾਂਚ ਕੀਤੀ ਜਾਵੇਗੀ। ਇਸ ਯੁੱਗ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਬਲੀ ਚੜ ਗਈਆਂ ਨੇ ਅਤੇ ਸਮਾਜਿਕ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਤੇ ਹੁਣ ਹਵਸ ਦੇ ਭਰੇ ਹੋਏ ਲੋਕਾਂ ਦੇ ਵੱਲੋਂ ਹਵਸ ਇੰਨੀ ਉਹਨਾਂ ਦੇ ਉੱਤੇ ਭਾਰੀ ਹੋ ਚੁੱਕੀ ਹੈ ਕਿ ਅਜਿਹੇ ਦਰਿੰਦੇ ਹੁਣ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ। ਤਾਜ਼ਾ ਘਟਨਾ ਕਪੂਰਥਲੇ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਮੁਲਜ਼ਮਾਂ ਦੇ ਵੱਲੋਂ 20 ਰੁਪਏ ਦਾ ਲਾਲਚ ਦੇ ਕੇ 6 ਸਾਲ ਦੀ ਮਾਸੂਮ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਗਿਆ। ਬੁਰੀ ਤਰ੍ਹਾਂ ਦੇ ਨਾਲ ਤੜਪ ਰਹੀ ਬੱਚੀ ਨੂੰ ਖਤਰੇ ਤੋਂ ਬਾਹਰ ਲਿਆਉਣ ਦੇ ਲਈ ਰਾਤ ਭਰ ਸਿਵਲ ਹਸਪਤਾਲ ਦੇ ਗਾਇਨੀ ਡਾਕਟਰਾਂ ਦੇ ਵੱਲੋਂ ਬੜੀ ਮਸ਼ੱਕਤ ਕੀਤੀ ਗਈ ਅਤੇ ਇਸ ਤੋਂ ਬਾਅਦ ਹਾਲਾਤ ਕਾਬੂ ਦੇ ਵਿੱਚ ਆਏ। ਡਾਕਟਰ ਅਨੁਸਾਰ ਬੱਚੀ ਦੇ ਅੰਦਰੂਨੀ ਅੰਗਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਪਤਾ ਲੱਗਾ ਹੈ ਕਿ ਬੱਚੀ ਦੇ ਮਾਪੇ ਪੂਲਥ ਮੰਡੀ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਨੇ। ਇਸ ਮੌਕੇ ਦੇ ਉੱਤੇ ਦੋਸ਼ੀ ਬੱਚੀ ਨੂੰ ਆਪਣੇ ਨਾਲ ਲੈ ਗਏ ਅਤੇ ਜਬਰ ਜਨਾਹ ਘਿਨਾਉਣੇ ਕੰਮ ਨੂੰ ਕੀਤਾ ਅਤੇ ਉਸ ਤੋਂ ਦੱਸੀਏ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਹਨਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਦੀ 76ਵੀਂ ਵਰ੍ਹੇਗੰਢ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਈ ਗਈ। ਇਸ ਮੌਕੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਇਸ ਦੌਰਾਨ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ 4 ਮਤੇ ਵੀ ਪਾਸ ਕੀਤੇ ਗਏ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਫੈਡਰੇਸ਼ਨ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੀ ਹੈ। ਪੁਲਿਸ ਦੇ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ। ਇਸੇ ਤਹਿਤ ਅਜਨਾਲਾ ਦੇ ਪਿੰਡ ਘੁੱਗਾ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਜੀਸੀਬੀ ਤੇ ਟਰੈਕਟਰ ਟਰਾਲੀ ਨੂੰ ਜ਼ਬਤ ਕੀਤਾ ਅਤੇ ਇਸ ਦੌਰਾਨ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਨੂੰ ਮੌਕੇ ਤੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਇਹ ਲੋਕ ਉੱਥੋਂ ਫਰਾਰ ਹੋਣ 'ਚ ਕਾਮਯਾਬ ਰਹੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕਰਨ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਉਹਨਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ, ਇਹ ਨਾਜਾਇਜ਼ ਮਾਈਨਿੰਗ ਕੌਣ ਕਰਵਾ ਰਿਹਾ ਹੈ, ਉਸ ਤੋਂ ਬਾਅਦ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਟਰੈਕਟਰ ਟਰਾਲੀ ਤੇ ਜੇਸੀਬੀ ਦੇ ਮਾਲਕਾਂ ਦੀ ਭਾਲ ਵੀ ਜਾਰੀ ਹੈ। ਸੂਬੇ ਦੇ ਵਿੱਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਨੇ। ਮੋਗਾ ਦੇ ਵਿੱਚ ਸਰਕਾਰੀ ਗਊਸ਼ਾਲਾ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਸੰਤ ਜਗਰਾਜ ਸਿੰਘ ਦੇ ਉੱਤੇ ਹਵਾਈ ਫਾਇਰ ਕੀਤਾ ਗਿਆ। ਗਊਸ਼ਾਲਾ ਦੇ ਵਿੱਚ ਗਊਆਂ ਲੈਣ ਆਏ ਸੀ ਸੰਤ ਜਗਰਾਜ ਸਿੰਘ, ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਲਹਿਰਾ ਗਾਗਾ ਦੇ ਸਰਪੰਚ ਤੇ ਵੀ ਗੋਲੀਆਂ ਚਲਾਈਆਂ ਗਈਆਂ। ਮੂਰਖ ਦੇ ਪਿੰਡ ਮਨਿਆਣਾ ਦੀ ਇਹ ਵਾਰਦਾਤ ਸਰਪੰਚ ਨੇ ਮੁਸ਼ਕਿਲ ਦੇ ਨਾਲ ਬਚਾਈ ਜਾਨ। ਪਟਿਆਲਾ ਦੇ ਵਿੱਚ ਨਾਬਾਲਗਾ ਦੇ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। 3 ਵਿਅਕਤੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਵੀਡੀਓ ਵੀ ਕੀਤੀ ਵਾਇਰਲ। ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। 2 ਦਿਨਾਂ ਦੇ ਵਿੱਚ ਰਿਮਾਂਡ ਹਾਸਲ ਕੀਤਾ ਹੈ ਅਤੇ ਮਾਮਲੇ ਦੀ ਕੀਤੀ ਜਾ ਰਹੀ ਹੈ ਤਫਤੀਸ਼। ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਨਾਬਾਲਗ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕਾ ਦੀ ਪਹਿਚਾਣ ਸਿਮਰਨ ਦੇ ਤੌਰ ਤੇ ਹੋਈ ਹੈ ਤੇ ਉਹ ਆਪਣੀ ਮਾਸੀ ਦੇ ਘਰ ਦੇ ਵਿੱਚ ਰਹਿੰਦੀ ਸੀ। ਸਥਾਨਕ ਵਾਸੀਆਂ ਦੇ ਮੁਤਾਬਿਕ ਬੀਤੇ ਸਮੇਂ ਦੇ ਵਿੱਚ ਉਸਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਰੀ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਤਫਤੀਸ਼ ਜਾਰੀ ਹੈ। ਸਰਕਾਰੀ ਦਫ਼ਤਰਾਂ ਦੇ ਵਿੱਚ ਸਮੇਂ ਸਿਰ ਨਹੀਂ ਪੁੱਜਦੇ ਸਰਕਾਰੀ ਅਧਿਕਾਰੀ। ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਹੁੰਦੀ ਹੈ ਭਾਰੀ ਮੁਸ਼ਕਿਲ। ਲੁਧਿਆਣਾ ਦੇ ਭਰਤਨਗਰ ਚੌਂਕ ਦੇ ਵਿੱਚ ਸਥਿਤ BSNL ਦੇ ਦਫ਼ਤਰ ਦਾ ਹੈ ਇਹੋ ਹਾਲ। ਦੱਸਦੀ ਕਿ ਇਸ ਦੌਰਾਨ ਪੱਤਰਕਾਰ ਦੇ ਵੱਲੋਂ ਇਹ ਖਬਰ ਕੀਤੀ ਜਾ ਰਹੀ ਸੀ। ਦੇਰ ਦੇ ਨਾਲ ਆਏ ਅਧਿਕਾਰੀ ਦੇ ਵੱਲੋਂ ਉੱਥੇ ਬਦਸਲੂਕੀ ਕੀਤੀ ਗਈ। ਉੱਚ ਅਧਿਕਾਰੀ ਸ਼ਿਕਾਇਤ ਸੁਣਨ ਦੇ ਲਈ ਉੱਥੇ ਮੌਜੂਦ ਨਹੀਂ ਸਨ ਅਤੇ ਹਰ ਖਬਰ ਦੇਣ ਵਾਲੇ ਮੀਡੀਆ ਦੇ ਨਾਲ ਇਸ ਤਰ੍ਹਾਂ ਦੇ ਨਾਲ ਬੁਰਾ ਵਰਤਾਰਾ ਕੀਤਾ ਗਿਆ। ਪ੍ਰੈਸ ਕਲੱਬ ਦੇ ਵੱਲੋਂ BSNL ਅਧਿਕਾਰੀਆਂ ਦੇ ਵਤੀਰੇ ਦੀ ਕੀਤੀ ਗਈ ਨਿੰਦਾ। ਪੁਲਿਸ ਦੇ ਕੋਲ ਮੀਡੀਆ ਨੇ ਕਾਰਵਾਈ ਦੀ ਸ਼ਿਕਾਇਤ ਦਰਜ ਨਿਆਂ ਨਾ ਮਿਲਣ ਤੇ BSNL ਦਾ ਹੋਵੇਗਾ ਘਿਰਾਓ। ਸਾਬਕਾ DGP ਸੁਮੇਧ ਸੈਣੀ ਮਾਮਲੇ 'ਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਦੀ ਉਮੀਦ ਸੀ ਅਤੇ ਅਗਾਊਂ ਜ਼ਮਾਨਤ ਦੇ ਲਈ ਇਹ ਅਰਜ਼ੀ ਪਾਈ ਗਈ ਸੀ। ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸੈਣੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਮੋਹਾਲੀ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਦੇ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਵਾਏ ਗਏ ਸੀ। ਸੁਮੇਧ ਸੈਣੀ ਨੂੰ 25 ਸਤੰਬਰ ਤੱਕ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਦੱਸਦੀਏ ਕਿ ਬਲਵੰਤ ਮੁਲਤਾਨੀ ਅਗਵਾ ਕਾਂਡ ਅਤੇ ਕਤਲकांड ਮਾਮਲੇ ਦੇ ਵਿੱਚ ਸੁਮੇਧ ਸੈਣੀ ਇਸ ਵਕਤ ਫਰਾਰ ਚੱਲ ਰਿਹਾ ਹੈ। 5 ਮਹੀਨਿਆਂ ਬਾਅਦ ਪਟੜੀ ਤੇ ਦੌੜੀ ਰੇਲ। ਕੋਰੋਨਾ ਵਾਇਰਸ ਕਰਕੇ ਬੰਦ ਸੀ ਰੇਲ। ਧਨਬਾਦ ਟ੍ਰੇਨ ਪੁੱਜੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ। ਉਤਰਦੇ ਸਾਰੇ ਯਾਤਰੀਆਂ ਦਾ ਬੁਖਾਰ ਕੀਤਾ ਗਿਆ ਚੈੱਕ। ਦੱਸਦੀਏ ਕਿ ਸ਼ਾਮ 4 ਵਜੇ ਫਿਰੋਜ਼ਪੁਰ ਤੋਂ ਇਹ ਟ੍ਰੇਨ ਰਵਾਨਾ ਹੋਈ ਹੈ। ਰੇਲ ਸੇਵਾ ਬਹਾਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਮਿਲੀ ਹੈ ਤੇ ਲੰਬਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਇਹ ਕਾਫੀ ਰਾਹਤ ਵਾਲੀ ਗੱਲ ਹੈ। ਚੋਰ ਨੂੰ ਫੜਨ ਵਾਲੀ ਪੁਲਿਸ ਨੇ ਖੁਦ ਹੀ ਕੀਤੀ ਚੋਰੀ। PCR ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਇਹ ਹਰਕਤ ਜੋ ਕਿ CCTV ਦੇ ਵਿੱਚ ਕੈਦ ਹੋਈ। ਲੁਧਿਆਣਾ ਸਬਜ਼ੀ ਮੰਡੀ ਦੇ ਵਿੱਚੋਂ ਹਜ਼ਾਰਾਂ ਟਮਾਟਰ ਕੀਤੇ ਚੋਰੀ। ਪੁਲਿਸ ਨੇ ਅੱਧੀ ਰਾਤ ਸਬਜ਼ੀ ਮੰਡੀ ਦੇ ਵਿੱਚ ਚੋਰੀ ਕੀਤੀ ਹੈ। ਸਾਰੀ ਘਟਨਾ CCTV ਦੇ ਵਿੱਚ ਕੈਦ ਹੋ ਗਈ ਹੈ। ਆੜ੍ਹਤੀ ਨੇ ਦੁਖੀ ਹੋ ਕੇ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ। ਬਾਗਾ ਪੁਰਾਣਾ ਦੇ ਪਿੰਡ ਹਰੀਏਵਾਲਾ ਵਿੱਚ ਬੀਤੇ ਦਿਨੀ ਫੌਜੀ ਜਸਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ, ਜਿਸ ਦਾ ਆਰੋਪ ਉਸਦੇ ਚਾਚੇ ਗੁਰਚਰਨ ਸਿੰਘ ਤੇ ਲੱਗਾ ਸੀ, ਪਰ ਗੁਰਚਰਨ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰ ਹੋਈ ਸੰਗਤ ਦੇ ਸਾਹਮਣੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਗੁਰਚਰਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਉੱਤੇ ਲੱਗੇ ਕਤਲ ਦੇ ਇਲਜ਼ਾਮਾਂ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਪੁਲਿਸ ਨੇ ਇਸ ਸਬੰਧ ਦੇ ਵਿੱਚ ਜਾਂਚ ਕੀਤੀ ਹੈ। ਗੁਰਚਰਨ ਸਿੰਘ ਨੇ ਕਿਹਾ ਕਿ ਉਹਨਾਂ ਤੇ ਪਰਚਾ ਕਰਨਾ ਗਲਤ ਹੈ। ਇਹ ਸਭ ਪਾਰਟੀਬਾਜ਼ੀ ਦੇ ਕਾਰਨ ਹੋ ਰਿਹਾ ਹੈ। ਇੱਕ ਨਜ਼ਰ ਪਾ ਲੈਂਦੇ ਹਾਂ ਰਾਸ਼ਟਰੀ ਖਬਰਾਂ ਤੇ। ਦੇਸ਼ ਭਰ ਦੇ ਵਿੱਚ ਤੇਜ਼ੀ ਦੇ ਨਾਲ ਕੋਰੋਨਾ ਦੇ ਕੇਸ ਵਧ ਰਹੇ ਨੇ। ਸੰਸਦ ਦਾ ਮੌਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ, ਪਰ ਇਸ ਤੋਂ ਪਹਿਲਾਂ ਲੋਕ ਸਭਾ ਦੇ 17 ਸਾਂਸਦ ਕੋਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਏ ਗਏ ਨੇ। ਇਹਨਾਂ ਸਾਂਸਦਾਂ ਦੇ ਵਿੱਚ 13 ਅਤੇ 14 ਸਤੰਬਰ ਨੂੰ ਸੰਸਦ ਭਵਨ ਦੇ ਵਿੱਚ ਟੈਸਟ ਕਰਵਾਏ ਗਏ ਸਨ। ਇਨ੍ਹਾਂ ਵਿੱਚ ਕੋਰੋਨਾ ਪੀੜਿਤ ਸਭ ਤੋਂ ਵਧੇਰੇ ਨੇ। 12 ਭਾਜਪਾ ਸੰਸਦ ਮੈਂਬਰ YRS ਕਾਂਗਰਸ ਦੇ 2 ਅਤੇ ਇੱਕ ਸ਼ਿਵ ਸੈਨਾ DMK ਅਤੇ RLP ਦੇ ਸੰਸਦ ਮੈਂਬਰ ਨੇ।
ਪੂਰਬੀ ਲੱਦਾਖ ਦੇ ਵਿੱਚ ਭਾਰਤ ਅਤੇ ਚੀਨ ਦੇ ਦਰਮਿਆਨ ਹਾਲਾਤ ਹਲੇ ਵੀ ਤਣਾਅਪੂਰਨ ਬਣੇ ਹੋਏ ਨੇ ਅਤੇ ਇੱਕ ਤਰ੍ਹਾਂ ਦੇ ਨਾਲ LAC ਦੇ ਉੱਤੇ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਚੀਨ ਦੇ ਕੁਝ ਕੰਪਨੀਆਂ ਦੇ ਰਾਹੀਂ ਭਾਰਤ ਦੇ ਵਿੱਚ ਵੱਡੇ ਨੇਤਾਵਾਂ ਅਤੇ ਹਾਈ ਪ੍ਰੋਫਾਈਲ ਹਸਤੀਆਂ ਦੀ ਜਾਸੂਸੀ ਕੀਤੀ ਜਾ ਰਹੀ ਸੀ। खबर है कि प्रधानमंत्री, केंद्रीय मंत्री, मुख्यमंत्री तो लैके फौज के अफसर तक, वड्डे अफसरां तो लैके बिजनेसमैन तक हर कोई चीन दे निशाने ते है। ਇਹ ਖੁਲਾਸਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਭਾਰਤ ਦੇ ਵਿੱਚ ਕਈ ਚੀਨੀ ਕੰਪਨੀਆਂ ਤੇ ਬੈਨ ਲਗਾਇਆ ਗਿਆ ਹੈ ਅਤੇ ਇੱਕ ਅੰਗਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਚਾਈਨੀਜ਼ ਕੰਪਨੀ ਸ਼ੈਨਜ਼ਾਨ ਭਾਰਤ ਦੇ ਕਰੀਬ 10,000 ਲੋਕਾਂ ਦੀ ਜਾਸੂਸੀ ਕਰਵਾ ਰਹੀ ਹੈ। जिन्हां भारतीयों ते नज़र रखी जा रही है उन्हां दे विच राष्ट्रपति रामनाथ कोविंद, प्रधानमंत्री नरेंद्र मोदी, चीफ जस्टिस ऑफ इंडिया सोनिया गांधी ते गांधी परिवार, ममता बैनर्जी, उद्धव ठाकरे वर्गे नेता शामिल ने। ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ COVID-19 ਦੇ 92,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਪੀੜਤਾਂ ਦੀ ਕੁੱਲ ਗਿਣਤੀ 48 ਲੱਖ ਦੇ ਪਾਰ ਪਹੁੰਚ ਚੁੱਕੀ ਹੈ। इस दे अनुसार 37.8 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਨੇ, ਜਿਸ ਦੇ ਨਾਲ ਸਿਹਤਯਾਬ ਹੋਣ ਦੀ ਰਾਸ਼ਟਰੀ ਦਰ ਸੋਮਵਾਰ ਨੂੰ 78% ਹੋ ਗਈ। ਅੰਕੜੇ ਦੇ ਮੁਤਾਬਕ ਦੇਸ਼ ਦੇ ਵਿੱਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ 48,46,427 ਤੇ ਪਹੁੰਚ ਗਈ ਹੈ, ਜਦਕਿ ਪਿਛਲੇ 24 ਘੰਟਿਆਂ ਦੇ ਵਿੱਚ ਇਸ ਮਹਾਮਾਰੀ ਦੇ ਨਾਲ 1,136 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਮੰਤਰਾਲੇ ਅਨੁਸਾਰ ਕੋਵਿਡ-19 ਦੇ ਨਾਲ ਮੌਤ ਦਰ ਘਟ ਕੇ 1.64% ਹੋ ਗਈ ਹੈ। ਅੰਕੜੇ ਅਨੁਸਾਰ ਦੇਸ਼ ਦੇ ਵਿੱਚ ਹਾਲੇ ਇਸ ਮਹਾਮਾਰੀ ਦੇ ਨਾਲ ਪੀੜਿਤ ਮਰੀਜ਼ਾਂ ਦਾ ਇਲਾਜ ਬਦਸਤੂਰ ਚੱਲ ਰਿਹਾ ਹੈ। ਰੁਕ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਦੇ ਵੱਲ। ਯੋਸ਼ੀਹਿਦੇ ਸੁਗਾ ਨੂੰ ਸੋਮਵਾਰ ਨੂੰ ਜਾਪਾਨ ਦੀ ਸੱਤਾਧਾਰੀ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਅਤੇ ਇਸ ਤਰ੍ਹਾਂ ਦੇ ਨਾਲ ਹੁਣ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਲਗਭਗ ਸਾਫ਼ ਹੋ ਚੁੱਕਿਆ ਹੈ। ਸੱਤਾਧਾਰੀ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਸ਼ਿਜ਼ੋ ਆਬੇ ਦੇ ਉੱਤਰਾਧਿਕਾਰੀ ਨੂੰ ਚੁਣਨ ਦੇ ਲਈ ਹੋਈ ਅੰਦਰੂਨੀ VOTING ਦੇ ਵਿੱਚ ਸੁਗਾ ਨੂੰ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ 370 ਵੋਟਾਂ ਹਾਸਲ ਹੋਈਆਂ, ਜਦਕਿ ਦੋ ਦਾਅਵੇਦਾਰਾਂ ਨੂੰ 176 ਵੋਟਾਂ ਹਾਸਲ ਹੋਈਆਂ। ਆਬੇ ਨੇ ਪਿਛਲੇ ਮਹੀਨੇ ਸਿਹਤ ਕਾਰਨਾਂ ਦੇ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਵਰਤਮਾਨ ਵਿੱਚ ਮੁੱਖ ਕੈਬਨਿਟ ਸਕੱਤਰ ਅਤੇ ਆਬੇ ਦੇ ਕਰੀਬੀ ਮੰਨੇ ਜਾਣ ਵਾਲੇ ਸੁਗਾ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਖਬਰਾਂ ਦੇ ਮੁਤਾਬਿਕ ਸੋਮਵਾਰ ਨੂੰ ਸਥਾਨਕ ਪ੍ਰਤੀਨਿਧੀਆਂ ਦੀ ਸ਼ੁਰੂਆਤੀ ਗਣਨਾ ਦਾ ਸੰਕੇਤ ਮਿਲੇ ਨੇ। ਸੁਗਾ ਦੀ ਹੋਰ ਦਾਅਵੇਦਾਰ ਸਾਬਕਾ ਰੱਖਿਆ ਮੰਤਰੀ ਸ਼ੁਗੇਰੂ ਸ਼ਿਬਾਸ਼ਾ ਅਤੇ ਸਾਬਕਾ ਵਿਦੇਸ਼ ਮੰਤਰੀ ਫੋਮੀਓ ਕਿਸ਼ੀਦਾ ਤੇ ਭਾਰੀ ਬੜਤ ਹਾਸਲ ਕੀਤੀ। ਸੁਗਾ ਨੇ ਕਿਹਾ ਕਿ ਉਹਨਾਂ ਦੀਆਂ ਸਿਖਰ ਤਰਜੀਹਾਂ ਕੋਰੋਨਾ ਵਾਇਰਸ ਦੇ ਨਾਲ ਲੜਾਈ ਲੜਨਾ ਤੇ ਇਸ ਮਹਾਮਾਰੀ ਦੇ ਨਾਲ ਪ੍ਰਭਾਵਿਤ ਹੋਈ ਅਰਥ ਵਿਵਸਥਾ ਨੂੰ ਪਟੜੀ ਤੇ ਵਾਪਸ ਲਿਆਉਣਾ ਹੈ। ਬ੍ਰਿਟਾਨੀਆ ਦੇ ਵਿੱਚ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਜਨਤਾ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਸੋਮਵਾਰ ਤੋਂ ਨਿਯਮ ਨੰਬਰ 6 ਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇਗੀ। ਉਹਨੇ ਕਿਹਾ ਹੈ ਕਿ ਨਿਯਮ ਨੰਬਰ 6 ਤੋਂ ਭਾਵ ਹੈ ਕਿ ਕਿਸੇ ਵੀ ਪ੍ਰਕਾਰ ਦਾ 6 ਤੋਂ ਵੱਧ ਇਕੱਠ ਨਾ ਕਰਨਾ ਹੈ, ਭਾਵੇਂ ਘਰ ਦੇ ਵਿੱਚ ਹੋਵੇ ਜਾਂ ਬਾਹਰ ਜਨਤਕ ਸਥਾਨ ਹੋਵੇ, ਪਰ ਕਿਤੇ ਵੀ ਇਕੱਠ ਨਾ ਕੀਤਾ ਜਾਵੇ ਅਤੇ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ। ਇਹ ਕੰਮ ਪੁਲਿਸ ਫੋਰਸ ਵੱਲੋਂ ਸਖਤੀ ਦੇ ਨਾਲ ਲਾਗੂ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਇਕੱਠ ਨਾ ਕੀਤਾ ਜਾਵੇ, ਪਰ ਅਫਸੋਸ ਹੈ ਕਿ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਦੇ ਵਿਸਥਾਰ ਦੀ ਘੋਸ਼ਣਾ ਕੀਤੀ ਹੈ। ਇਸ ਮੁਤਾਬਕ 21 ਸਤੰਬਰ ਤੱਕ ਇੱਕ ਹੋਰ ਹਫ਼ਤੇ ਲਈ ਪਾਬੰਦੀ ਮਿਆਦ ਵਧਾਈ ਗਈ। ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਹੈ ਕਿ ਆਕਲੈਂਡ ਸ਼ਹਿਰ 23 ਸਤੰਬਰ ਤੱਕ ਅਲਰਟ ਦੇ ਪੱਧਰ 2.5 ਤੇ ਰਹੇਗਾ। ਆਰਡਰਨ ਦੇ ਮੁਤਾਬਿਕ ਇਸ ਸੋਮਵਾਰ ਤੋਂ ਸ਼ੁਰੂ ਕਰਦਿਆਂ ਜਹਾਜ਼ਾਂ ਅਤੇ ਜਨਤਕ ਆਵਾਜਾਈ ਤੇ ਸਰੀਰਕ ਦੂਰੀਆਂ ਦੀ ਜ਼ਰੂਰਤਾਂ ਨੂੰ ਘੱਟ ਕੀਤਾ ਜਾ ਰਿਹਾ ਹੈ, ਪਰ ਫੇਸ ਮਾਸਕ ਨੂੰ ਅਜੇ ਵੀ ਪਾਉਣ ਦੀ ਲੋੜ ਹੈ। ਵਪਾਰ ਜਗਤ 'ਚ ਕਿਹੜੇ ਰਹੇ ਉਤਾਰ ਚੜ੍ਹਾਅ, ਕਿਸ ਨੂੰ ਹੋਇਆ ਨੁਕਸਾਨ, ਕੌਣ ਰਿਹਾ ਫਾਇਦੇ 'ਚ, ਜਾਣਦੇ ਹਾਂ ਬਿਜ਼ਨਸ ਨਿਊਜ਼ 'ਚ। ਟਾਟਾ ਕੰਸਲਟੈਂਸੀ ਸਰਵਿਸਿਜ਼ ਯਾਨੀ ਕਿ TCS ਦਾ ਬਾਜ਼ਾਰ ਪੂੰਜੀਕਰਨ ਸੋਮਵਾਰ ਨੂੰ ਕਾਰੋਬਾਰ ਦੌਰਾਨ 9 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ 9 ਲੱਖ ਕਰੋੜ ਰੁਪਏ ਪਾਰ ਕਰਨ ਦਾ ਇਹ ਟੀਚਾ ਪ੍ਰਾਪਤ ਕਰਨ ਵਾਲੀ ਬਾਜ਼ਾਰ ਪੂੰਜੀਕਰਨ ਹਾਸਿਲ ਕਰਨ ਵਾਲੀ TCS ਦੂਜੀ ਕੰਪਨੀ ਬਣ ਗਈ ਹੈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਕੰਪਨੀ ਦੇ ਸ਼ੇਅਰਾਂ ਦੇ ਵਿੱਚ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਬਾਜ਼ਾਰ ਦਾ ਪੂੰਜੀਕਰਨ 9 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ।
ਦੱਸਦੇ ਕਿ ਇਸ ਤੱਕ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉੱਚਾ ਪੱਧਰ ਹੈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਵਿੱਚ ਕੰਪਨੀ ਦਾ ਸ਼ੇਅਰ 2.76% ਦੀ ਮਜ਼ਬੂਤੀ ਦੇ ਨਾਲ ਸਰਵਉੱਚ ਪੱਧਰ ਦੇ ਉੱਤੇ ਪਹੁੰਚ ਚੁੱਕਿਆ ਹੈ। ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਸੋਨੇ ਦੇ ਵਿੱਚ ਵਾਧਾ ਦਿਖ ਰਿਹਾ ਹੈ। ਸੋਨੇ ਜੋ ਪਿਛਲੇ ਹਫਤੇ ਸ਼ੁੱਕਰਵਾਰ ਨੂੰ 51,319 ਤੇ ਬੰਦ ਹੋਇਆ ਸੀ। ਸ਼ੁਰੂਆਤੀ ਕਾਰੋਬਾਰ ਦੇ ਵਿੱਚ ਹੀ ਸੋਨੇ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਇਸ ਦੀ ਬਜਾਏ ਸੋਨੇ ਨੇ ਆਪਣੇ ਸ਼ੁਰੂਆਤੀ ਕੀਮਤ ਤੋਂ ਹੇਠਾਂ ਨਜ਼ਰ ਪਾਈ ਅਤੇ ਸੋਨਾ ਵੀ ਥੋੜੀ ਦੇਰ ਤੱਕ 51,456 ਤੋਂ ਘੱਟੋ-ਘੱਟ ਪੱਧਰ ਨੂੰ ਛੂ ਗਿਆ। ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਉਤਾਰ ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀ ਕੀਮਤ ਵੀ ਅੱਜ ਵਾਧੇ ਦੇ ਨਾਲ ਖੁੱਲੀ ਹੈ। ਚਾਂਦੀ ਸੋਮਵਾਰ ਨੂੰ 557 ਰੁਪਏ ਦੀ ਤੇਜ਼ੀ ਦੇ ਨਾਲ 68,485 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਖੁੱਲੀ ਹੈ। ਸ਼ੁਰੂਆਤੀ ਕਾਰੋਬਾਰ ਦੇ ਵਿੱਚ ਹੀ ਚਾਂਦੀ ਇੱਕ ਦਿਨ ਦੇ ਉੱਚ ਪੱਧਰ ਨੂੰ 68,500 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹੇਠਲੇ ਪੱਧਰ 68,140 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਛੂਹ ਲਿਆ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਜਿੱਥੇ ਮੁੰਬਈ ਅਹਿਮਦਾਬਾਦ ਬੁਲੇਟ ਪ੍ਰੋਜੈਕਟ ਦੇ ਵਿੱਚ ਦੇਰੀ ਹੋ ਸਕਦੀ ਹੈ, ਉੱਥੇ ਹੀ ਇਸ ਵਿਚਕਾਰ ਦੇਸ਼ ਦੇ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ 7 ਨਵੀਆਂ ਤੇਜ਼ ਰਫ਼ਤਾਰ ਟ੍ਰੇਨਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ। ਪੰਜਾਬ ਦੇ ਲੋਕਾਂ ਦੇ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਯੋਜਨਾ ਦੇ ਵਿੱਚ ਦਿੱਲੀ ਅੰਮ੍ਰਿਤਸਰ ਮਾਰਗ ਵੀ ਸ਼ਾਮਿਲ ਹੈ। ਭਵਿੱਖ ਦੇ ਵਿੱਚ ਦਿੱਲੀ ਅੰਮ੍ਰਿਤਸਰ ਦੀ ਦੂਰੀ ਸਮੇਂ ਦੇ ਹਿਸਾਬ ਦੇ ਨਾਲ ਛੋਟੀ ਰਹਿ ਜਾਵੇਗੀ। ਇਸ ਯੋਜਨਾ ਦੇ ਵਿੱਚ ਸ਼ਾਮਿਲ ਨਵੇਂ ਮਾਰਗਾਂ ਦੀ ਕੁੱਲ ਲੰਬਾਈ ਤਕਰੀਬਨ 4,869 ਕਿਲੋਮੀਟਰ ਹੈ। ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਤੇ ਵੱਲ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਮੁੰਬਈ ਤੋਂ ਮਨਾਲੀ ਦੇ ਲਈ ਚਲੀ ਗਈ ਹੈ। ਸ਼ਿਵ ਸੈਨਾ ਦੇ ਨਾਲ ਚੱਲ ਰਹੇ ਵਿਵਾਦ ਦੇ ਵਿੱਚ ਮਨਾਲੀ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਵੀ ਕੰਗਨਾ ਰਣੌਤ ਨੇ ਉद्धਵ ਠਾਕਰੇ ਸਰਕਾਰ ਤੇ ਹਮਲਾ ਬੋਲਿਆ। ਕੰਗਨਾ ਰਣੌਤ ਨੇ ਮੁੰਬਈ ਤੋਂ ਨਿਕਲਣ ਤੋਂ ਪਹਿਲਾਂ ਇਮੋਸ਼ਨਲ ਟਵੀਟ ਕੀਤਾ। ਉਹਨਾਂ ਲਿਖਿਆ ਕਿ ਭਰੇ ਮਨ ਦੇ ਨਾਲ ਉਹ ਮੁੰਬਈ ਛੱਡ ਕੇ ਜਾ ਰਹੀ ਹੈ। ਉਸਨੇ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਲਗਾਤਾਰ ਪਰੇਸ਼ਾਨ ਕੀਤਾ ਗਿਆ ਸੀ ਅਤੇ ਮੇਰੇ ਦਫ਼ਤਰ ਤੋਂ ਬਾਅਦ ਮੇਰੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਲਗਾਤਾਰ ਮੈਨੂੰ ਹਮਲਾ ਕੀਤਾ ਗਿਆ ਮੇਰੇ ਤੇ ਅਤੇ ਨਾਲ ਹੀ ਮੈਨੂੰ ਗਾਲਾਂ ਕੱਢੀਆਂ ਗਈਆਂ। ਇਸ ਨਾਲ ਸਾਫ਼ ਹੁੰਦਾ ਹੈ ਕਿ BMC ਨੂੰ ਲੈ ਕੇ ਆਖੀ ਗਈ ਮੇਰੀ ਗੱਲ ਸਹੀ ਸੀ। ਉਸਨੇ ਕਿਹਾ ਕਿ ਮੈਨੂੰ ਕਮਜ਼ੋਰ ਸਮਝਣਾ ਬਹੁਤ ਵੱਡੀ ਗਲਤੀ ਹੈ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੇ ਨਾਲ ਜੁੜੇ ਡਰੱਗਸ ਐਂਗਲ ਦੀ ਜਾਂਚ ਦੇ ਸਿਲਸਿਲੇ ਦੇ ਵਿੱਚ NCB ਮੁੰਬਈ ਜ਼ੋਨ ਦੇ ਘੱਟੋ-ਘੱਟ 6 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਮੁੰਬਈ ਤੋਂ ਗੋਆ ਤੱਕ ਜਾਰੀ ਛਾਪੇਮਾਰੀ ਦੇ ਵਿੱਚ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀਆਂ ਟੀਮਾਂ ਨੇ 23 ਸਾਲ ਦੇ ਕਰਮਜੀਤ ਆਨੰਦ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਗਾਂਜਾ ਸਪਲਾਇਰ ਡਿਵਾਨ ਐਂਥਨੀ ਫਰਨਾਂਡੇਸ ਅਤੇ 2 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। NCB ਨੇ ਉਸ ਦੇ ਕੋਲ ਅੱਧਾ ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 29 ਸਾਲ ਦੇ ਅੰਕੁਸ਼ ਅਰੇਜਾ ਨਾਂ ਦੇ ਇੱਕ ਵਿਅਕਤੀ ਨੂੰ ਪਵਈ ਤੋਂ ਫੜਿਆ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਦੇ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ BMC ਨੇ ਹੁਣ ਕੰਗਨਾ ਰਣੌਤ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ BMC ਨੇ ਅਦਾਕਾਰਾ ਦੇ ਘਰ ਦੇ ਵਿੱਚ ਕਥਿਤ ਨਾਜਾਇਜ਼ ਉਸਾਰੀ ਸੰਬੰਧੀ ਇੱਕ ਨੋਟਿਸ ਭੇਜਿਆ। ਇਸ ਤੋਂ ਪਹਿਲਾਂ BMC ਨੇ ਕਾਲੀਆਣਾ ਦੇ ਪਾਲੀ ਹਿੱਲ ਵਿਖੇ ਬਣੇ ਦਫ਼ਤਰ ਦੇ ਵਿੱਚ ਗੈਰ ਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਜਲਦਬਾਜ਼ੀ ਦੇ ਵਿੱਚ ਬੁਲਡੋਜ਼ਰ ਚਲਵਾਇਆ ਸੀ। ਹੁਣ BMC ਨੇ ਕੰਗਨਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਅਦਾਕਾਰਾ ਨੂੰ ਉੱਥੇ ਨਾਜਾਇਜ਼ ਉਸਾਰੀ ਦੇ ਬਾਰੇ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੰਗਨਾ ਦੇ ਘਰ ਕਥਿਤ ਤੌਰ ਤੇ ਗੈਰ ਕਾਨੂੰਨੀ ਉਸਾਰੀ ਦਾ ਕੇਸ ਇਸ ਸਮੇਂ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਕੇਸ ਦੀ ਸੁਣਵਾਈ 25 ਸਤੰਬਰ ਨੂੰ ਹੋਣੀ ਹੈ। ਸੂਤਰਾਂ ਦੇ ਅਨੁਸਾਰ BMC ਨੇ ਕਿਹਾ ਹੈ ਕਿ ਕੰਗਨਾ ਦਾ ਘਰ ਉਸੇ ਦਫ਼ਤਰ ਦੇ ਨਾਲੋਂ ਜ਼ਿਆਦਾ BMC ਨਿਯਮਾਂ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਇਆ ਗਿਆ ਹੈ। ਰੁਕ ਕਰਦੇ ਹਾਂ ਖੇਡ ਦੇ ਮੈਦਾਨ ਤੇ ਵੱਲ। ਭਾਰਤੀ ਤੇਜ਼ ਗੇਂਦਬਾਜ਼ S ਸ਼੍ਰੀਸੰਤ ਤੇ ਕਥਿਤ ਤੌਰ ਤੇ ਸਪੌਟ ਫਿਕਸਿੰਗ ਲਈ ਲੱਗੀ ਹੋਈ 7 ਸਾਲ ਦੀ ਰੋਕ ਐਤਵਾਰ ਨੂੰ ਖਤਮ ਹੋ ਗਈ ਹੈ। ਇਸ ਤੇਜ਼ ਗੇਂਦਬਾਜ਼ ਤੇ ਸ਼ੁਰੂਆਤ ਦੇ ਜੀਵਨ ਭਰ ਦੇ ਲਈ ਪਾਬੰਦੀ ਲਗਾਈ ਗਈ ਸੀ, ਪਰ ਉਹਨਾਂ ਨੇ ਇਸ ਫੈਸਲੇ ਖਿਲਾਫ ਕਾਨੂੰਨੀ ਲੜਾਈ ਲੜੀ। ਇਸ 37 ਸਾਲਾ ਖਿਡਾਰੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਪਾਬੰਦੀ ਖਤਮ ਹੋਣ ਤੇ ਉਹਨਾਂ ਦਾ ਘੱਟੋ-ਘੱਟ ਘਰੇਲੂ ਕੈਰੀਅਰ ਨੂੰ ਦੁਬਾਰਾ ਸ਼ੁਰੂ ਕਰਨ ਦਾ ਇਰਾਦਾ ਹੈ। ਸ਼੍ਰੀਸੰਤ ਨੇ ਪਾਬੰਦੀ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਮੈਂ ਹੁਣ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕਿਆ ਅਤੇ ਹੁਣ ਉਸ ਖੇਡ ਦੀ ਨੁਮਾਇੰਦਗੀ ਕਰਾਂਗਾ ਜੋ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਉਹਨਾਂ ਕਿਹਾ ਕਿ ਮੈਂ ਹਰ ਇੱਕ ਗੇਂਦ ਤੇ ਆਪਣੀ ਸਭ ਤੋਂ ਉੱਤਮ ਕੋਸ਼ਿਸ਼ ਕਰਾਂਗਾ, ਫਿਰ ਭਾਵੇਂ ਅਭਿਆਸ ਹੀ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਮੇਰੇ ਕੋਲ ਵੱਧ ਤੋਂ ਵੱਧ 5 ਤੋਂ 7 ਸਾਲ ਦਾ ਸਮਾਂ ਬਚਿਆ ਹੈ।
ਟੀਮ ਇੰਡੀਆ ਦੇ ਕ੍ਰਿਕਟਰ ਹਰਭਜਨ ਸਿੰਘ ਹਾਲ ਹੀ ਦੇ ਵਿੱਚ ਆਪਣੇ ਇੱਕ ਟਵੀਟ ਦੇ ਕਰਕੇ ਸੋਸ਼ਲ ਮੀਡੀਆ ਤੇ ਛਾਏ ਹੋਏ ਨੇ। ਦੱਸੀਏ ਕਿ ਭੱਜੀ ਇਸ ਸਾਲ ਦੁਬਈ ਦੇ ਵਿੱਚ ਹੋਣ ਵਾਲੇ IPL ਦੇ 13ਵੇਂ ਸੀਜ਼ਨ ਦੇ ਵਿੱਚ ਭਾਗ ਨਹੀਂ ਲੈ ਰਹੇ। दरअसल क्रिकेटर ने ट्वीट करके कुछ अहम होने की संभावना जताई है। मन्निया जा रहा है कि यह ट्वीट IPL के मौजूदा सीजन के संबंध में है। ਭੱਜੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਲਿਖਿਆ ਹੈ, ਕ੍ਰਿਕਟ ਅੱਜਕੱਲ ਕਾਫੀ ਚਰਚਾ ਦੇ ਵਿੱਚ ਹੈ ਅਤੇ ਹੁਣੇ ਮੈਨੂੰ ਕੁਝ ਅਜਿਹਾ ਪਤਾ ਲੱਗਿਆ ਹੈ ਜੋ ਕ੍ਰਿਕਟ ਦੀ ਤਸਵੀਰ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰੱਖ ਦੇਵੇਗਾ ਹਮੇਸ਼ਾ ਦੇ ਲਈ। इस ट्वीट तो बाद हुण ये कियास लगाए जा रहे हैं कि हरभजन सिंह किहड़ा खुलासा करने वाले ने। दस दिए कि हरभजन ने IPL का रिकॉर्ड काफ़ी शानदार रहा है। ਟੈਲੀਕਾਮ ਆਪਰੇਟਰ ਕੰਪਨੀ ਵੋਡਾਫੋਨ ਆਈਡੀਆ ਅਪਕਮਿੰਗ ਡ੍ਰੀਮ 11 IPL 2020 ਦੇ ਲਈ ਕੋ ਸਪਾਂਸਰ ਬਣ ਗਈ ਹੈ ਅਤੇ ਦੱਸ ਦਈਏ ਕਿ IPL 2020 ਦੀ ਸ਼ੁਰੂਆਤ 19 ਸਤੰਬਰ ਤੋਂ UAE ਦੇ ਵਿੱਚ ਹੋਣ ਜਾ ਰਹੀ ਹੈ। वोडाफोन ਤੇ ਆਈਡੀਆ ਦਾ IPL ਕ੍ਰਿਕਟ ਟੂਰਨਾਮੈਂਟ ਦੇ ਵਿੱਚ ਪਹਿਲਾਂ ਥੋੜਾ ਬਹੁਤ ਇੰਗੇਜਮੈਂਟ ਰਿਹਾ ਹੈ, ਪਰ ਇਹ ਪਹਿਲੀ ਵਾਰ ਹੈ ਕਿ ਵੋਡਾਫੋਨ ਆਈਡੀਆ ਨੇ ਅਗਸਤ 2018 ਦੇ ਵਿੱਚ ਆਪਣੇ ਮਾਰਚਰ ਤੋਂ ਬਾਅਦ ਸਪਾਂਸਰਸ਼ਿਪ ਡੀਲ ਸਾਈਨ ਕੀਤੀ ਹੋਵੇ। ਇਹ ਕੰਪਨੀ ਹੁਣ IV ਬ੍ਰਾਂਡ ਨੇਮ ਦੇ ਅੰਦਰ ਆਪਰੇਟ ਕਰ ਰਹੀ ਹੈ। ਫਟਾਫਟ 100 ਦੇ ਵਿੱਚ ਅੱਜ ਬਸ ਇੰਨਾ ਹੀ। ਮੈਨੂੰ ਤੇ ਇਜਾਜ਼ਤ। ਧੰਨਵਾਦ।